हाँ जी, सत श्री अकाल प्यारे विद्यार्थियों अज असी 9वीं जमात ਦੀ ਪਾਠ ਪੁਸਤਕ ਸਾਹਿਤਮਾਲਾ ਦੇ ਵਾਰਤਕ ਭਾਗ ਕਵਿਤਾ ਵਿੱਚੋਂ 3 ਨੰਬਰ ਕਵਿਤਾ ਜਿਸ ਦਾ ਨਾਮ ਹੈ ਮੈਂ ਪੰਜਾਬੀ ਬਾਰੇ ਪੜ੍ਹਾਂਗੇ। ਸੋ ਬੇਟਾ ਇਹ ਜੋ ਕਵਿਤਾ ਹੈ ਇਸ ਕਵਿਤਾ ਦੇ ਲੇਖਕ ਦਾ ਨਾਮ ਹੈ ਫਿਰੋਜ਼ਦੀਨ ਸਰਫ। ਸੋ आओ असी सब तो पहला जानकारी हासिल करते हाँ इस कविता के रचेता, इस कविता के लेखक, इस कविता के कवि बारे। सो फिरोਜ਼ਦੀਨ ਸਰਫ की बेटा तुसी फोटो वेख सकते हो। सो जो भी तुहानूं पेपरां दे विच बेटा सवाल पूछे जाणगे कविता दे नाल संबंधित, सो कवि दे नाल संबंधित भी तुहानूं 1 या 2 सवाल जिहड़े वो जरूर आउणगे। सो जो भी असी किसी कविता बारे या किसी कविता के कवि बारे जानकारी हासिल करते हैं तो बेटा उस कविता के कवि का जन्म, मरण, उन्होंने पढ़ाई या उन्होंने जो भी कोई विशेष सन्मान मिले उस चीज़ को जरूर पढ़ना है। तो जो असी कवि बारे पढ़ते हैं बेटा उत्थे ये गल भी ध्यान रखनी आ कि इस कवि को किस चीज़ लई जानिया जाता है या उन्हों की जिहड़ी माहिरता या उन्हों की जिहड़ी स्पैशलिस्टी है वो किहदे विच है, किहड़ी खास गल करके उन्हों का पंजाबी साहित्य विच कद है। सो उन्होंने किहड़े काव्य संग्रह लिखे, किहड़े नावल लिखे, किहड़ी कविता लिखी, किहड़ी कहानी लिखी या किहड़ी पाठ पुस्तक लई उन्होंने सन्मान मिलिया या कोई बड़ा सन्मान मिलिया। सो ये जिहड़े बेसिक सवाल ने जिहड़े तुसीं कवि बारे जो भी असीं पढ़ना ये गल्लां नूं तुसीं ध्यान हित रखते हुए वो जो इंट्रोडक्शन है लेखक बारे उन्होंने सुनना है अते समझना है। आओ असीं पढ़ते हाँ फिरोਜ਼ਦੀਨ ਸਰਫ जी बारे। फिरोਜ਼ਦੀਨ ਸਰਫ का जन्म 1898 ईस्वी ਨੂੰ फिरोਜ਼ਦੀਨ ਸਰਫ जी का जन्म 1898 ईस्वी ਨੂੰ राजा संसी जिला ਅੰਮ੍ਰਿਤਸਰ ਦੇ ਪਿੰਡ ਤੋਲਾ ਨੰਗਲ ਵਿੱਚ ਖਾਨ ਵੀਰੂ ਖਾਂ ਦੇ ਘਰ ਹੋਇਆ। ਹੁਣ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਬੇਟਾ ਇੱਕ ਪਿੰਡ ਪੈਂਦਾ ਤੋਲਾ ਨੰਗਲ, ਇੱਥੇ ਇਹਨਾਂ ਦਾ ਜਨਮ ਹੋਇਆ ਤੇ ਪਿਤਾ ਦਾ ਨਾਮ ਹੈ ਵੀਰੂ ਖਾਨ। ਇਹਨਾਂ ਦਾ ਬਚਪਨ ਪਿੰਡ ਵਿੱਚ ਹੀ ਗੁਜ਼ਰਿਆ। ਪਿਤਾ ਦੀ ਮੌਤ ਤੋਂ ਬਾਅਦ ਇਹਨਾਂ ਨੇ ਪੜ੍ਹਾਈ ਛੱਡ ਦਿੱਤੀ, ਪਰ ਇਹਨਾਂ ਨੂੰ ਕਵਿਤਾ ਪੜ੍ਹਨ ਤੇ ਸੁਣਨ ਦਾ ਬੜਾ ਸ਼ੌਂਕ ਸੀ। ਇਹਨਾਂ ਨੇ 14-15 ਸਾਲ ਦੀ ਉਮਰ ਵਿੱਚ ਹੀ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਖਾਸ ਗੱਲ ਆ ਬੇਟਾ ਇਹ 14-15 ਸਾਲ ਦੀ ਜਿਹੜੀ ਉਮਰ ਆ ਉਹਦੇ ਵਿੱਚ ਹੀ ਇਹਨਾਂ ਨੇ ਕਵਿਤਾ ਰਚਨਾ ਕਰਨੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਸੀ। ਫਿਰੋਜ਼ਦੀਨ ਸਰਫ ਨੂੰ ਪੰਜਾਬੀ ਬੋਲੀ ਤੇ ਪੰਜਾਬ ਨਾਲ ਬਹੁਤ ਪਿਆਰ ਸੀ। ਉਹਨਾਂ ਦੀ ਦਿਲੀ ਤਮੰਨਾ ਸੀ ਕਿ ਪੰਜਾਬੀ ਬੋਲੀ ਰਾਜ ਭਾਸ਼ਾ ਬਣੇ। दिन दुगनी ते रात चौगनी तरक्की करे। ਸਰਫ ਦੀ ਮਿੱਠੀ ਅਤੇ ਸੁਰੀਲੀ ਆਵਾਜ਼ ਕਰਕੇ ਲੋਕ ਉਹਨਾਂ ਨੂੰ ਪੰਜਾਬ ਦੀ ਬੁਲਬੁਲ ਕਹਿੰਦੇ ਹੁੰਦੇ ਸਨ। ਉਹਨਾਂ ਦੀ ਕਵਿਤਾ ਦੇ ਅਲੱਗ-ਅਲੱਗ ਵਿਸ਼ੇ ਵੀ ਹੁੰਦੇ ਹਨ ਜਾਂ ਹੁੰਦੇ ਸਨ। ਉਹਨਾਂ ਨੇ ਲਗਭਗ 31 ਪੁਸਤਕਾਂ ਲਿਖੀਆਂ। ਹੁਣ ਇਹ ਬੇਟਾ ਸਵਾਲ ਆ ਸਕਦਾ ਕਿ ਫਿਰੋਜ਼ਦੀਨ ਸਰਫ ਜੀ ਨੇ ਕਿੰਨੀਆਂ ਪਾਠ ਪੁਸਤਕਾਂ ਜਾਂ ਕਿੰਨੀਆਂ ਸਾਹਿਤਕ ਪੁਸਤਕਾਂ ਪੰਜਾਬੀ ਸਾਹਿਤ ਨੂੰ, ਪੰਜਾਬੀ ਸਰੋਤਿਆਂ ਨੂੰ ਦਿੱਤੀਆਂ। ਉਹਨਾਂ ਨੇ ਲਗਭਗ 31 ਪੁਸਤਕਾਂ ਲਿਖੀਆਂ, ਜਿਨ੍ਹਾਂ ਵਿੱਚੋਂ ਸਰਫ ਸੁਨੇਹੇ, ਸਰਫ ਦੇ ਗੀਤ, ਜੋਗਣ, ਹੀਰ ਸਿਆਲ ਇਹ ਹੈ ਨਾਟਕ ਖਾਸ ਤੌਰ 'ਤੇ ਮਸ਼ਹੂਰ ਹਨ। ਹੁਣ ਬੇਟਾ ਇਹ ਆ ਗਏ ਨਾ ਖਾਸ ਗੱਲਾਂ, ਇਹ ਮਸ਼ਹੂਰ ਰਚਨਾਵਾਂ ਨੇ ਉਹਨਾਂ ਦੀਆਂ। ਕਾਵਿ ਰਚਨਾਵਾਂ ਵਿੱਚੋਂ ਜਿਹੜੀ ਕਵਿਤਾ ਰੂਪ ਹੈ ਇਹ ਨਾਵਲ ਵਾਲੇ ਦੱਸੇ ਨੇ ਬੇਟਾ ਉੱਪਰ। ਇਹ ਸਰਫ ਦੇ ਗੀਤ, ਸੁਨੇਹੇ, ਜੋਗਣ, ਹੀਰ ਸਿਆਲ ਇਹ ਨਾਟਕ ਆ, ਇਹ ਕਹਿੰਦੇ ਜ਼ਿਆਦਾ ਮਸ਼ਹੂਰ ਹੋਏ ਨੇ। ਕਾਵਿ ਰਚਨਾਵਾਂ ਵਿੱਚੋਂ ਸੁਨਹਿਰੀ ਕਲੀਆਂ ਅਤੇ ਸਰਫ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਆਪ ਨੇ ਫਿਲਮਾਂ ਲਈ ਵੀ ਬਹੁਤ ਸਾਰੇ ਗੀਤ ਲਿਖੇ। ਹੁਣ ਇਹ ਉਹਨਾਂ ਦੀ ਬੇਟਾ ਵਿਸ਼ੇਸ਼ਤਾ ਹੈ। ਅੱਗੇ ਅਸੀਂ ਪੜ੍ਹਦੇ ਹਾਂ ਬੇਟਾ ਜਿਹੜੀ ਆਪ ਜੀ ਨੂੰ ਸਿਲੇਬਸ ਦੇ ਵਿੱਚ ਉਹਨਾਂ ਦੀ ਕਵਿਤਾ ਲਗਾਈ ਗਈ ਹੈ, ਮੈਂ ਪੰਜਾਬੀ, ਪੰਜਾਬ ਦਾ ਰਹਿਣ ਵਾਲਾ। ਸੋ ਇਹਦੇ ਵਿੱਚ ਇੱਕ ਕਵੀ ਆਪਣੇ ਆਪ ਨੂੰ ਪੰਜਾਬੀ ਦੇ
ਰੂਪ ਵਿੱਚ ਪੇਸ਼ ਕਰਦਾ ਹੈ, ਪੰਜਾਬ ਦਾ ਵਸਨੀਕ ਦੇ ਤੌਰ 'ਤੇ ਆਪਣੇ ਆਪ ਨੂੰ ਦੱਸਦਾ ਹੈ ਅਤੇ ਉਸ ਨੂੰ ਕਿਸ ਤਰ੍ਹਾਂ ਆਪਣੀ ਪੰਜਾਬੀ ਮਾਂ ਭਾਸ਼ਾ ਅਤੇ ਪੰਜਾਬੀ ਮਾਂ ਬੋਲੀ 'ਤੇ ਮਾਣ ਹੈ। ਉਹ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਰਹਿੰਦਾ ਹੋਇਆ ਪੰਜਾਬੀ ਮਾਂ ਬੋਲੀ ਨੂੰ ਹੀ ਬੋਲਣਾ ਪਸੰਦ ਕਰਦਾ ਹੈ ਅਤੇ ਪੰਜਾਬੀ ਮਾਂ ਬੋਲੀ ਨੂੰ ਇਹ ਚਾਹੁੰਦਾ ਕਿ ਦਿਨ ਦੁੱਗਣੀ ਅਤੇ ਰਾਤ ਜਿਹੜੀ ਚੌਗਣੀ ਆ ਪੰਜਾਬੀ ਮਾਂ ਬੋਲੀ ਤਰੱਕੀ ਕਰੇ। ਸੋ ਜਿੱਥੇ ਕਵੀ ਪੰਜਾਬ ਬੋਲੀ ਨੂੰ ਸਰਾਉਂਦਾ ਹੈ ਅਤੇ ਦੂਸਰੀਆਂ ਭਾਸ਼ਾਵਾਂ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਦੇ ਪਿਆਰ ਨੂੰ ਥੋੜ੍ਹਾ ਪੰਜਾਬੀਆਂ ਤੋਂ ਦੂਰ ਕੀਤਾ ਹੈ ਉਹਨਾਂ ਨੂੰ ਕਿਵੇਂ ਵਿਅੰਗ ਕਰਦਾ ਹੈ। ਸੋ ਆਓ ਪੜ੍ਹਦੇ ਹਾਂ ਇਹਨਾਂ ਕਵਿਤਾ ਦੀਆਂ ਲਾਈਨਾਂ। ਸੋ ਪ੍ਰਸੰਗ ਕਿਸ ਤਰ੍ਹਾਂ ਲਿਖਣਾ ਹੈ ਉਹਦੇ ਬਾਰੇ ਆਪਾਂ ਪਹਿਲੀਆਂ ਦੋ ਜੋ ਸਾਡੀਆਂ ਵੀਡੀਓਜ਼ ਨੇ ਉਹਨਾਂ ਦੇ ਵਿੱਚ ਵੀ ਜ਼ਿਕਰ ਕੀਤਾ ਹੈ। ਆਓ ਪੜ੍ਹਦੇ ਹਾਂ ਇਹਨਾਂ ਕਵਿਤਾ ਦੀਆਂ ਲਾਈਨਾਂ ਕਿ ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਹਾਂ, ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ, ਸਮਝਾਂ ਫਾਰਸੀ ਉਰਦੂ ਵੀ ਖੂਬ ਬੋਲਾਂ, ਥੋੜ੍ਹੀ ਬਹੁਤੀ ਅੰਗਰੇਜ਼ੀ ਵੀ ਅੰਗ ਦਾ ਹਾਂ, ਬੋਲੀ ਆਪਣੀ ਨਾਲ ਪਿਆਰ ਰੱਖਾਂ, ਇਹ ਗੱਲ ਆਖਣੋਂ ਕਦੇ ਨਾ ਸੰਗਦਾ ਹਾਂ। ਸੋ ਬੇਟਾ ਇਹ ਲਾਈਨਾਂ ਦੇ ਵਿੱਚ ਕਵੀ ਦੱਸਦਾ ਕਿ ਮੈਂ ਪਿੰਡ 'ਚ ਰਹਿਣਾ ਪਰ ਸ਼ਹਿਰੀ ਸਟਾਈਲ 'ਚ, ਮੈਨੂੰ ਕਹਿੰਦਾ ਫਾਰਸੀ ਉਰਦੂ ਵੀ ਮੈਂ ਬੋਲ ਲੈਂਦਾ, ਅੰਗਰੇਜ਼ੀ ਵੀ ਥੋੜ੍ਹੀ ਬੋਲ ਲੈਂਦਾ, ਪਰ ਮੈਨੂੰ ਸਭ ਤੋਂ ਵੱਧ ਪਿਆਰ ਆਪਣੀ ਮਾਂ ਬੋਲੀ ਨਾਲ ਹੈ। ਔਖੇ ਸ਼ਬਦਾਂ ਤੋਂ ਅਸੀਂ ਜਾਣਕਾਰੀ ਹਾਸਲ ਕਰਦੇ ਹਾਂ। ਅੰਗ ਦਾ ਤੋਂ ਭਾਵ ਹੈ ਜਾਣਦਾ, ਮੈਂ ਅੰਗਰੇਜ਼ੀ ਵੀ ਜਾਣਦਾ ਥੋੜ੍ਹੀ ਬਹੁਤੀ। ਖੂਬ ਤੋਂ ਭਾਵ ਚੰਗੀ ਤਰ੍ਹਾਂ। ਸੋ ਆਓ ਆਪਾਂ ਇਸ ਉਪਰੋਕਤ ਪਹਿਰਾ ਰਚਨਾ ਦਾ ਜੋ ਪ੍ਰਸੰਗ ਹੈ ਉਹ ਪੜ੍ਹਦੇ ਹਾਂ। ਇੱਕ ਵਾਰ ਪੜ੍ਹਾਂਗੇ, ਬਾਕੀ ਫਿਰ ਵਿਆਖਿਆ ਹੀ ਪੜ੍ਹਿਆ ਕਰਾਂਗੇ। ਇਹਦੇ ਵਿੱਚ ਜਦੋਂ ਵੀ ਅਸੀਂ ਪ੍ਰਸੰਗ ਲਿਖਣਾ ਤਾਂ ਕੀ ਲਿਖਾਂਗੇ ਕਿ ਇਹ ਕਾਵਿ ਟੁਕੜੀ ਜੋ ਉਪਰੋਕਤ ਲਾਈਨਾਂ ਨੇ, ਇਹ ਕਾਵਿ ਟੁਕੜੀ ਫਿਰੋਜ਼ਦੀਨ ਸਰਫ ਦੀ ਕਵਿਤਾ। ਹੁਣ ਇਹ ਟੁਕੜੀ ਨੂੰ ਲਿਖਣ ਵਾਲੇ ਲੇਖਕ ਦਾ ਜ਼ਿਕਰ ਅਸੀਂ ਸਭ ਤੋਂ ਪਹਿਲਾਂ ਉੱਪਰ ਕੀਤਾ ਹੈ ਜਾਂ ਕਰਨਾ ਹੈ। ਕਿਹਦੇ ਵਿੱਚੋਂ ਲਈ ਗਈ ਹੈ? ਮੈਂ ਪੰਜਾਬੀ ਵਿੱਚੋਂ ਲਈ ਗਈ ਹੈ ਜਾਂ ਇਹ ਉਪਰੋਕਤ ਲਾਈਨਾਂ ਇਸ ਕਵਿਤਾ ਵਿੱਚੋਂ ਲਈਆਂ ਗਈਆਂ ਹਨ। ਇਹ ਕਵਿਤਾ ਸਾਹਿਤਮਾਲਾ 9, ਹੁਣ ਪਾਠ ਪੁਸਤਕ ਦਾ ਅਸੀਂ ਨੇ ਰੈਫਰੈਂਸ ਦੇਣਾ ਕਿ ਕਿੱਥੇ ਨੇ, ਕਿੱਥੋਂ ਲਈਆਂ ਗਈਆਂ ਨੇ ਇਹ ਲਾਈਨਾਂ। ਇਹ ਕਵਿਤਾ ਸਾਹਿਤਮਾਲਾ 9 ਪਾਠ ਪੁਸਤਕ ਵਿੱਚ ਦਰਜ ਹੈ। ਇਸ ਵਿੱਚ ਕਵੀ ਨੇ ਆਪਣੀ ਮਾਂ ਬੋਲੀ ਪੰਜਾਬੀ ਦੀ ਤਾਰੀਫ ਕੀਤੀ ਹੈ ਜਾਂ ਕਵੀ ਇਸ ਕਵਿਤਾ ਵਿੱਚ ਆਪਣੀ ਪੰਜਾਬੀ ਮਾਂ ਬੋਲੀ ਦੀ ਤਾਰੀਫ ਕਰਦਾ ਹੈ ਅਤੇ ਬਿਨਾਂ ਸੰਕੋਚ ਤੋਂ ਕਹਿੰਦਾ ਹੈ ਕਿ ਉਹ ਆਪਣੀ ਮਾਂ ਬੋਲੀ ਨੂੰ, ਆਪਣੀ ਪੰਜਾਬੀ ਮਾਂ ਬੋਲੀ ਨੂੰ ਹੀ ਪਿਆਰ ਕਰਦਾ ਹੈ। ਸੋ ਆਓ ਪੜ੍ਹਦੇ ਹਾਂ ਵਿਆਖਿਆ ਕਿ ਕਵੀ ਕਹਿੰਦਾ ਹੈ ਕਿ ਮੈਂ ਪੰਜਾਬ ਦਾ ਨਿਵਾਸੀ ਹਾਂ, ਭਾਵੇਂ ਮੈਂ ਪੇਂਡੂ ਹਾਂ, ਪਰ ਪਿੰਡ ਵਿੱਚ ਮੈਂ ਸ਼ਹਿਰੀਏ ਢੰਗ ਨਾਲ ਜਾਂ ਸ਼ਹਿਰੀਆਂ ਦੀ ਤਰ੍ਹਾਂ ਰਹਿੰਦਾ ਹਾਂ। ਮੈਂ ਫਾਰਸੀ ਅਤੇ ਉਰਦੂ ਖੂਬ ਸਮਝ ਕੇ ਅਤੇ ਬੋਲ ਸਕਦਾ ਹਾਂ। ਮੈਂ ਸਮਝਦਾ ਵੀ ਹਾਂ, ਬੋਲ ਵੀ ਸਕਦਾ ਉਰਦੂ ਅਤੇ ਫਾਰਸੀ, ਪਰ ਅੰਗਰੇਜ਼ੀ ਵੀ ਥੋੜ੍ਹੀ ਬਹੁਤੀ ਸਮਝ ਸਕਦਾ ਹੈ। ਕਹਿੰਦਾ ਮੈਨੂੰ ਸਮਝ ਹੈ, ਮੈਂ ਇੰਗਲਿਸ਼ ਵੀ ਸਮਝ ਸਕਦਾ, ਪਰ ਇਹ ਗੱਲ ਬਿਨਾਂ ਸੰਕੋਚ ਕਹਿ ਸਕਦਾ ਕਿ ਮੈਂ ਆਪਣੀ ਮਾਂ ਬੋਲੀ ਪੰਜਾਬੀ ਨਾਲ ਪਿਆਰ ਕਰਦਾ ਹਾਂ। ਸੋ ਆਓ ਪੜ੍ਹਦੇ ਹਾਂ ਅਗਲੀਆਂ ਸਤਰਾਂ। ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਮੈਂ, ਟੁਕੜਾ ਕਿਸੇ ਪੰਜਾਬਣ ਦੀ ਬੰਗ ਦਾ ਹਾਂ, ਮਿਲੇ ਮਾਣ ਪੰਜਾਬੀ ਨੂੰ ਦੇਸ ਅੰਦਰ, ਆਸ਼ਿਕ ਮੁੱਢੋਂ ਮੈਂ ਇਸ ਉਮੰਗ ਦਾ ਹਾਂ, ਬਾਰਸ਼ਾਹ ਤੇ ਬੁੱਲੇ ਦੇ ਰੰਗ ਅੰਦਰ, ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ, ਰਵਾਂ ਇੱਥੇ ਤੇ ਯੂਪੀ ਵਿੱਚ ਕਰਾਂ ਗੱਲਾਂ, ਐਸੀ ਅਕਲ ਨੂੰ ਛਿੱਕੇ ਟੰਗਦਾ ਹਾਂ, ਮੈਂ ਪੰਜਾਬੀ ਪੰਜਾਬ ਦਾ ਸਰਫ ਲੇਖਕ, ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਸੋ ਇਹਦੇ ਵਿੱਚ ਬਹੁਤ ਮਾਣ ਦੀ ਗੱਲ ਆ ਕਿ ਕਵੀ ਕਹਿੰਦਾ ਹੈ ਕਿ ਮੈਂ ਮੁੱਢ ਤੋਂ ਹੀ ਇਸ ਗੱਲ ਦਾ ਆਸ਼ਿਕ ਹਾਂ ਕਿ ਪੰਜਾਬੀ ਮਾਂ ਬੋਲੀ ਨੂੰ ਜੋ ਮਾਨ ਸਨਮਾਨ ਮਿਲੇ। ਅਤੇ ਕਵੀ ਕਹਿੰਦਾ ਹੈ ਕਿ ਇਹਦੇ ਜਿਹੜੇ ਕਵੀ ਨੇ ਵਾਰਿਸ ਸ਼ਾਹ, ਬੁੱਲੇ ਸ਼ਾਹ, ਉਹਨਾਂ ਦੇ ਰੰਗ ਦੇ ਵਿੱਚ ਜੋ ਉਹਨਾਂ ਨੇ ਲਿਖਿਆ ਗਾਇਆ, ਮੈਂ ਉਸ ਨੂੰ ਆਪਣੇ ਜੀਵਨ ਵਿੱਚ ਹੰਢਾਉਣਾ, ਉਹਦੇ ਵਿੱਚ ਜ਼ਿੰਦਗੀ ਨੂੰ ਡੋਬ ਡੋਬ ਕੇ ਰੰਗਦਾ। ਕਵੀ ਕਹਿੰਦਾ ਕਿ ਮੈਂ ਇੱਥੇ ਪੰਜਾਬ 'ਚ ਰਹਿ ਕੇ ਜੇ ਕੋਈ ਯੂਪੀ ਵਾਲੀ ਮਤਲਬ ਗੈਰ ਸਟੇਟ ਦੀ ਭਾਸ਼ਾ ਬੋਲਦਾ, ਕਹਿੰਦਾ ਮੈਂ ਐਸੀ ਅਕਲ ਨੂੰ ਸੂਲੀ 'ਤੇ ਟੰਗਦਾ। ਕਹਿੰਦਾ ਮੈਂ ਪੰਜਾਬੀ ਮਾਂ ਬੋਲੀ ਦਾ, ਪੰਜਾਬ ਦਾ ਸਰਪ ਸੇਵਕ, ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਕਹਿੰਦਾ ਮੈਂ ਸਦਾ ਹੀ ਪੰਜਾਬੀ ਦੀ ਚੜ੍ਹਦੀ ਕਲਾ ਲਈ ਖੈਰ ਮੰਗਦਾ ਹਾਂ। ਨੱਥ ਤੋਂ ਭਾਵ ਹੈ ਨੱਕ ਵਿੱਚ ਪਾਉਣ ਵਾਲਾ ਗਹਿਣਾ।
ਵੰਗ ਹੈ ਚੂੜੀ, ਉਮੰਗ ਹੈ ਤਮੰਨਾ ਵਿਸ਼, ਜੋ ਤੁਸੀਂ ਚਾਹੁੰਦੇ ਹੋ ਤੁਹਾਡਾ ਡਰੀਮ, ਖਾਹਿਸ਼, ਖੈਰ ਤੋਂ ਭਾਵ ਹੈ ਦੁਆ। ਪ੍ਰਸੰਗ ਬਿਲਕੁਲ ਉਸੇ ਤਰ੍ਹਾਂ ਲਿਖਣਾ ਕਿ ਇਹ ਕਾਵਿ ਟੁਕੜੀ ਫਿਰੋਜ਼ਦੀਨ ਸਫਰ ਦੀ ਕਵਿਤਾ ਮੈਂ ਪੰਜਾਬੀ ਵਿੱਚੋਂ ਲਈ ਗਈ ਹੈ। ਇਹ ਕਵਿਤਾ ਸਾਹਿਤਮਾਲਾ 9 ਪਾਠ ਪੁਸਤਕ ਵਿੱਚ ਦਰਜ ਹੈ। ਇਸ ਵਿੱਚ ਕਵੀ ਦੀ ਖਾਹਿਸ਼ ਹੈ ਕਿ ਪੰਜਾਬੀ ਬੋਲੀ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰੇ। ਸੋ ਆਓ ਪੜ੍ਹਦੇ ਹਾਂ ਇਹ ਕਾਵਿ ਸਤਰਾਂ ਦੇ ਅਰਥ। ਕਵੀ ਕਹਿੰਦਾ ਹੈ ਕਿ ਮੈਂ ਪੰਜਾਬ ਦੀ ਧਰਤੀ ਦਾ ਇੱਕ ਹਿੱਸਾ ਹਾਂ। ਕਵੀ ਆਪਣੇ ਆਪ ਨੂੰ ਕਿਸੇ ਸੁਹਾਗਣ ਦੀ ਨੱਥ ਦਾ ਮੋਤੀ ਅਤੇ ਵੰਗ ਦਾ ਟੁਕੜਾ ਸਮਝਦਾ ਹੈ, ਅਰਥਾਤ ਉਹ ਆਪਣੇ ਆਪ ਨੂੰ ਪੰਜਾਬ ਦੇ ਸੱਭਿਆਚਾਰ ਨਾਲ ਜੁੜਿਆ ਹੋਇਆ ਸਮਝਦਾ ਹੈ। ਕਵੀ ਦੀ ਮੁੱਢ ਤੋਂ ਹੀ ਇਹ ਖਾਹਿਸ਼ ਹੈ ਕਿ ਪੰਜਾਬੀ ਨੂੰ ਦੇਸ਼ ਅੰਦਰ ਸਤਿਕਾਰ ਮਿਲੇ। ਕਵੀ ਕਹਿੰਦਾ ਹੈ ਕਿ ਜਿਸ ਤਰ੍ਹਾਂ ਵਾਰਿਸ ਸ਼ਾਹ ਅਤੇ ਬੁੱਲ੍ਹੇ ਸ਼ਾਹ ਨੇ ਪੰਜਾਬੀ ਨੂੰ ਪਿਆਰ ਕੀਤਾ ਹੈ, ਮੈਂ ਵੀ ਉਸੇ ਰੰਗ ਵਿੱਚ ਹੀ ਆਪਣੀ ਜ਼ਿੰਦਗੀ ਰੰਗਦਾ ਹਾਂ। ਇਹ ਗੱਲ ਚੰਗੀ ਨਹੀਂ ਕਿ ਪੰਜਾਬ ਵਿੱਚ ਰਹਿ ਕੇ ਅਸੀਂ ਯੂਪੀ ਦੀ ਭਾਸ਼ਾ ਹਿੰਦੀ ਬੋਲੀਏ। ਕਵੀ ਕਹਿੰਦਾ ਹੈ ਕਿ ਉਹ ਇਸ ਤਰ੍ਹਾਂ ਦੀ ਅਕਲ ਉਹਨਾਂ ਲੋਕਾਂ ਨੂੰ ਸਿੱਕੇ ਉੱਤੇ ਟੰਗਦਾ ਹੈ ਜੋ ਪੰਜਾਬੀ ਬੋਲੀ ਦਾ ਸਤਿਕਾਰ ਨਹੀਂ ਕਰਦੇ। ਸਰਫ ਕਹਿੰਦਾ ਹੈ ਕਿ ਮੈਂ ਪੰਜਾਬੀ ਹਾਂ ਅਤੇ ਪੰਜਾਬ ਦਾ ਸੇਵਾਦਾਰ ਹਾਂ। ਹਮੇਸ਼ਾ ਹੀ ਮੈਂ ਪੰਜਾਬੀ ਬੋਲੀ ਦੀ ਤਰੱਕੀ ਲਈ ਦੁਆ ਕਰਦਾ ਹਾਂ। ਸੋ ਬੇਟਾ ਉਪਰੋਕਤ ਲਾਈਨਾਂ ਦੇ ਵਿੱਚ ਕਵੀ ਆਪਣੇ ਮਨ ਦੇ ਭਾਵ ਇਸ ਤਰ੍ਹਾਂ ਵਿਅਕਤ ਕਰਦਾ ਹੈ। ਸੋ ਇਸ ਕਵਿਤਾ ਦੇ ਨਾਲ ਸੰਬੰਧਿਤ ਜਿਹੜੇ ਤੁਹਾਨੂੰ ਲੌਂਗ ਪ੍ਰਸ਼ਨ ਉੱਤਰ ਆਉਣਗੇ, ਆਓ ਵੇਖਦੇ ਹਾਂ ਕਿ ਕਿਸ ਤਰ੍ਹਾਂ ਦੇ ਜਿਹੜੇ ਸਵਾਲ ਤੁਹਾਨੂੰ ਇਸ ਕਵਿਤਾ ਦੇ ਆਧਾਰ ਦੇ ਉੱਪਰ ਪੇਪਰਾਂ ਦੇ ਵਿੱਚ ਪੁੱਛੇ ਜਾ ਸਕਦੇ ਹਨ। ਪਹਿਲਾ ਸਵਾਲ ਹੈ ਕਿ ਮੈਂ ਪੰਜਾਬੀ ਕਵਿਤਾ ਵਿੱਚ ਕਵੀ ਕਿਹੜੇ ਕਵੀਆਂ ਨੂੰ ਯਾਦ ਕਰਦਾ ਹੈ। ਉੱਤਰ ਹੈ ਮੈਂ ਪੰਜਾਬੀ ਕਵਿਤਾ ਵਿੱਚ ਕਵੀ ਫਿਰੋਜ਼ਦੀਨ ਸਰਫ, ਵਾਰਿਸ ਸ਼ਾਹ ਅਤੇ ਬੁੱਲ੍ਹੇ ਸ਼ਾਹ ਵਰਗੇ ਕਵੀਆਂ ਨੂੰ ਯਾਦ ਕਰਦਾ ਹੈ। ਸਵਾਲ ਨੰਬਰ 2, ਮੈਂ ਪੰਜਾਬੀ ਕਵਿਤਾ ਵਿੱਚ ਕਵੀ ਮੁੱਢ ਕਦੀਮ ਤੋਂ ਕਿਸ ਗੱਲ ਦਾ ਆਸ਼ਿਕ ਹੈ, ਵੀ ਸ਼ੁਰੂ ਤੋਂ ਹੀ ਉਹ ਕਿਸ ਚੀਜ਼ ਲਈ ਮੋਹਿਤ ਹੈ, ਕਿਸ ਚੀਜ਼ ਵੱਲ ਉਹਦਾ ਇੰਟਰਸਟ ਹੈ, ਕਿਸ ਚੀਜ਼ ਨੇ ਉਸ ਦੇ ਦਿਲ ਦੇ ਵਿੱਚ ਇੱਕ ਥਾਂ ਬਣਾਈ ਹੋਈ ਹੈ, ਕੀ ਵਿਸ਼ ਮੰਗਦਾ ਹੈ ਕਵੀ। ਉੱਤਰ ਹੈ ਮੈਂ ਪੰਜਾਬੀ ਕਵਿਤਾ ਵਿੱਚ ਕਵੀ ਫਿਰੋਜ਼ਦੀਨ ਸਰਫ ਮੁੱਢ ਕਦੀਮ ਤੋਂ ਹੀ ਇਸ ਗੱਲ ਦਾ ਆਸ਼ਿਕ ਰਿਹਾ ਹੈ ਕਿ ਮਾਂ ਬੋਲੀ ਪੰਜਾਬੀ ਨੂੰ ਆਪਣੇ ਦੇਸ਼ ਵਿੱਚ ਪੂਰਾ ਮਾਣ ਸਤਿਕਾਰ ਮਿਲੇ। ਕਵੀ ਕਿਸੇ ਵੀ ਰੂਪ ਵਿੱਚ ਪੰਜਾਬੀ ਬੋਲੀ ਦਾ ਤਿਆਗ ਕਰਨ ਦੇ ਹੱਕ ਵਿੱਚ ਨਹੀਂ। ਸੋ ਕਵੀ ਦੀ ਬੇਟਾ ਜਿਹੜੀ ਮੁੱਢ ਕਦੀਮ ਤੋਂ ਹੀ ਸ਼ੁਰੂ ਤੋਂ ਹੀ ਇਹ ਵਿਸ਼ ਰਹੀ ਆ, ਇਹ ਇਸ ਗੱਲ ਦਾ ਆਸ਼ਿਕ ਰਿਹਾ ਹੈ ਕਿ ਪੰਜਾਬੀ ਮਾਂ ਬੋਲੀ ਨੂੰ ਪੰਜਾਬ ਦੇ ਵਿੱਚ ਉੱਚਾ ਰੁਤਬਾ ਮਿਲੇ ਅਤੇ ਕਵੀ ਕਿਸੇ ਵੀ ਰੂਪ ਵਿੱਚ ਆਪਣੀ ਇਸ ਮਾਂ ਬੋਲੀ ਨੂੰ ਤਿਆਗਣ ਦੇ ਹੱਕ ਵਿੱਚ ਨਹੀਂ ਹੈ। ਸਵਾਲ ਨੰਬਰ 3, ਮੈਂ ਪੰਜਾਬੀ ਕਵਿਤਾ ਦਾ ਕੇਂਦਰੀ ਭਾਵ ਲਿਖੋ। ਉੱਤਰ ਹੈ ਪੰਜਾਬ ਦੇ ਵਸਨੀਕ ਹੋਣ ਕਰਕੇ ਕਵੀ ਆਪਣੀ ਮਾਂ ਬੋਲੀ ਪੰਜਾਬੀ ਨਾਲ ਬਹੁਤ ਪਿਆਰ ਕਰਦਾ ਹੈ। ਉਹ ਸਦਾ ਹੀ ਇਹ ਚਾਹੁੰਦਾ ਹੈ ਕਿ ਉਸ ਦੀ ਮਾਂ ਬੋਲੀ ਪੰਜਾਬੀ ਨੂੰ ਆਪਣੇ ਦੇਸ਼ ਵਿੱਚ ਪੂਰਾ ਸਹਿਯੋਗ ਅਤੇ ਸਤਿਕਾਰ ਮਿਲੇ। ਉਹ ਮਾਂ ਬੋਲੀ ਪੰਜਾਬੀ ਦਾ ਸੇਵਕ ਬਣ ਕੇ ਮਾਂ ਬੋਲੀ ਦੀ ਸਦਾ ਖੈਰ ਮੰਗਦਾ ਹੈ। ਸੋ ਸਵਾਲ ਨੰਬਰ 4, ਹੇਠ ਲਿਖੀਆਂ ਸਤਰਾਂ ਦੀ ਵਿਆਖਿਆ ਕਰੋ। ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ, ਆਸ਼ਿਕ ਮੁੱਢੋਂ ਮੈਂ ਇਸ ਉਮੰਗ ਦਾ ਹਾਂ। ਸੋ ਬੇਟਾ ਉੱਪਰ ਅਸੀਂ ਜੋ ਸਵਾਲ ਕੀਤਾ ਹੈ ਇਹਦਾ ਲਗਭਗ ਉੱਤਰ ਇਹਦੇ ਨਾਲ ਸੰਬੰਧ ਰੱਖਦਾ ਹੈ। ਪੜ੍ਹਦੇ ਹਾਂ ਉੱਤਰ। ਕਵੀ ਕਹਿੰਦਾ ਹੈ ਕਿ ਮੇਰੀ ਮਾਂ ਬੋਲੀ ਪੰਜਾਬੀ ਨੂੰ ਮੇਰੇ ਦੇਸ਼ ਪੰਜਾਬ ਦੇ ਅੰਦਰ ਉਹ ਮਾਣ ਹਾਸਲ ਹੋਣਾ ਚਾਹੀਦਾ ਹੈ ਜੋ ਇੱਕ ਮਾਂ ਨੂੰ ਹੁੰਦਾ ਹੈ। ਮੈਂ ਮੁੱਢ ਤੋਂ ਹੀ ਇਸ ਗੱਲ ਦਾ ਚਾਹਵਾਨ ਹਾਂ ਕਿ ਮਾਂ ਬੋਲੀ ਪੰਜਾਬੀ ਨੂੰ ਪੂਰਾ ਮਾਣ ਮਿਲੇ। ਸੋ ਬੇਟਾ ਇਹ ਜੇ ਤੁਹਾਨੂੰ ਸਵਾਲ ਦੇ ਵਿੱਚ ਪੁੱਛੀਆਂ ਜਾਂਦੀਆਂ ਲਾਈਨਾਂ ਨੇ ਤਾਂ ਇਹਦਾ ਉੱਤਰ ਤੁਸੀਂ ਇਸ ਤਰ੍ਹਾਂ ਦੇ ਸਕਦੇ ਹੋ। ਸੋ ਅਗਲੀਆਂ ਲਾਈਨਾਂ ਹਨ, ਵਾਰਿਸ ਸ਼ਾਹ ਤੇ ਬੁੱਲ੍ਹੇ ਦੇ ਰੰਗ ਅੰਦਰ ਡੋਬ ਕੇ ਜ਼ਿੰਦਗੀ ਰੰਗਦਾ ਹਾਂ। ਉੱਤਰ ਹੈ
ਕਵੀ ਕਹਿੰਦਾ ਹੈ ਕਿ ਉਹ ਪੰਜਾਬੀ ਦੇ ਮਹਾਨ ਕਵੀਆਂ ਭਾਵ ਵਾਰਿਸ ਸ਼ਾਹ ਅਤੇ ਬੁੱਲ੍ਹੇ ਸ਼ਾਹ ਵਾਂਗ ਹੀ ਆਪਣੀ ਜ਼ਿੰਦਗੀ ਨੂੰ ਪੰਜਾਬ ਅਤੇ ਪੰਜਾਬੀਅਤ ਦੇ ਰੰਗ ਵਿੱਚ ਡੋਬ ਡੋਬ ਕੇ ਰੰਗਦਾ ਹੈ ਅਤੇ ਉਹਨਾਂ ਵਾਂਗ ਪੰਜਾਬੀ ਬੋਲੀ ਵਿੱਚ ਕਵਿਤਾ ਕਹਿੰਦਾ ਹੈ, ਕਿਉਂਕਿ ਉਹ ਪੰਜਾਬੀ ਹੈ ਅਤੇ ਪੰਜਾਬੀ ਬੋਲੀ ਨੂੰ ਬਹੁਤ ਪਿਆਰ ਕਰਦਾ ਹੈ। ਸੋ ਬੇਟਾ ਜਿਹੜੀ ਇਹ ਕਵਿਤਾ ਹੈ, ਕਵੀ ਦੇ ਮਨ ਦੇ ਭਾਵ ਆਪਣੀ ਪੰਜਾਬੀ ਮਾਂ ਬੋਲੀ ਨੂੰ ਜਿਸ ਤਰ੍ਹਾਂ ਅਸੀਂ ਆਪਣੀ ਮਾਂ ਨੂੰ ਸਤਿਕਾਰ ਦਿੰਦੇ ਹਾਂ, ਉਸ ਤਰ੍ਹਾਂ ਸਤਿਕਾਰ ਦੇਣ ਦੇ ਸੰਦਰਭ ਦੇ ਵਿੱਚ ਪੇਸ਼ ਕਰਦਾ ਹੈ ਜਾਂ ਕਵੀ ਲਿਖਦਾ ਹੈ। ਸੋ ਬੇਟਾ ਇਹ ਸਾਰੀ ਕਵਿਤਾ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਵਿੱਚ ਲਿਖੀ ਗਈ ਹੈ। ਸੋ ਅੱਗੇ ਪੜ੍ਹਦੇ ਹਾਂ ਕਿ ਮੈਂ ਪੰਜਾਬੀ ਪੰਜਾਬ ਦਾ ਸਰਬ ਸੇਵਕ ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਕੀ ਕਹਿੰਦਾ ਹੈ ਕਵੀ? ਕਵੀ ਫਿਰੋਜ਼ਦੀਨ ਸਰਫ ਕਹਿੰਦਾ ਹੈ ਕਿ ਉਹ ਪੰਜਾਬ ਅਤੇ ਪੰਜਾਬੀ ਬੋਲੀ ਨਾਲ ਬਹੁਤ ਪਿਆਰ ਕਰਦਾ ਹੈ। ਉਹ ਪੰਜਾਬੀ ਹੈ ਅਤੇ ਪੰਜਾਬ ਦਾ ਸੱਚਾ ਸੇਵਕ ਹੈ ਅਤੇ ਉਸ ਨੂੰ ਆਪਣੇ ਪੰਜਾਬੀ ਹੋਣ ਦਾ ਮਾਣ ਹੈ। ਉਹ ਇਹ ਇੱਛਾ ਕਰਦਾ ਹੈ ਕਿ ਮਾਂ ਬੋਲੀ ਪੰਜਾਬੀ ਨੂੰ ਦੇਸ਼ ਦੇ ਵਿੱਚ ਪੂਰਾ ਮਾਣ ਅਤੇ ਸਤਿਕਾਰ ਮਿਲੇ। ਸੋ ਸਵਾਲ ਨੰਬਰ 5 ਹੈ ਕਿ ਸਰਫ ਪੂਰੀ ਤਰ੍ਹਾਂ ਨਾਲ ਪੰਜਾਬ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਹੋਇਆ ਹੈ, ਇਹ ਕਥਨ ਸਪਸ਼ਟ ਕਰੋ। ਉੱਤਰ ਹੈ ਕਿ ਮੈਂ ਪੰਜਾਬੀ ਕਵਿਤਾ ਵਿੱਚ ਕਵੀ ਫਿਰੋਜ਼ਦੀਨ ਸਰਫ ਪੂਰਨ ਤੌਰ 'ਤੇ ਪੰਜਾਬ ਅਤੇ ਉਸ ਦੇ ਸੱਭਿਆਚਾਰ ਨਾਲ ਜੁੜਿਆ ਹੋਇਆ ਹੈ। ਉਹ ਇਸ ਕਵਿਤਾ ਵਿੱਚ ਦੱਸਦਾ ਹੈ ਕਿ ਉਹ ਪੰਜਾਬੀ ਹੈ, ਭਾਵੇਂ ਉਹ ਪੇਂਡੂ ਹੈ ਪਰ ਉਸ ਦਾ ਰਹਿਣ ਸਹਿਣ ਸ਼ਹਿਰੀ ਹੈ। ਉਹ ਉਰਦੂ ਖੂਬ ਬੋਲ ਲੈਂਦਾ ਹੈ ਅਤੇ ਫਾਰਸੀ ਵੀ ਸਮਝਦਾ ਹੈ, ਪਰ ਇਸ ਦੇ ਬਾਵਜੂਦ ਉਹ ਇਹ ਗੱਲ ਕਹਿਣ ਤੋਂ ਰਤਾ ਸੰਕੋਚ ਨਹੀਂ ਕਰਦਾ ਕਿ ਉਹ ਆਪਣੀ ਮਾਂ ਬੋਲੀ ਪੰਜਾਬੀ ਨਾਲ ਸਭ ਤੋਂ ਵੱਧ ਪਿਆਰ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਪੰਜਾਬੀ ਨੂੰ ਆਪਣੇ ਦੇਸ਼ ਵਿੱਚ ਵੀ ਪੂਰਾ ਮਾਣ ਸਨਮਾਨ ਪ੍ਰਾਪਤ ਹੋਵੇ। ਸੋ ਬੇਟਾ ਇਹ ਕਵੀ ਦੇ ਜਿਹੜੇ ਵਿਸ਼ਾ ਨੇ, ਜੋ ਕਵੀ ਜੋ ਆਪਣੀ ਮਾਂ ਬੋਲੀ ਬਾਰੇ ਸੋਚਦਾ, ਬੇਟਾ ਇਹਨਾਂ ਤੋਂ ਹੀ ਪਤਾ ਲੱਗਦਾ ਕਿ ਉਹ ਪੰਜਾਬ, ਪੰਜਾਬੀਅਤ, ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਮਾਂ ਬੋਲੀ ਨਾਲ ਕਿਵੇਂ 9 ਮਾਸ ਦਾ ਰਿਸ਼ਤਾ ਰੱਖਦਾ ਹੈ, ਕਿਵੇਂ ਧੀ ਪੁੱਤ ਦਾ ਰਿਸ਼ਤਾ ਰੱਖਦਾ ਹੈ। ਅਤੇ ਇਸ ਤਰ੍ਹਾਂ ਬੇਟਾ ਜਿਹੜਾ ਕਵੀ ਆ ਆਪਣੇ ਆਪ ਨੂੰ ਪੰਜਾਬੀ ਹੋਣ ਦਾ ਜਿਹੜਾ ਉਹ ਬੜਾ ਵੱਡਾ ਮਾਣ ਮਹਿਸੂਸ ਕਰਦਾ ਹੈ ਅਤੇ ਹਰ ਪੱਖ ਤੋਂ ਉਹ ਆਪਣੇ ਆਪ ਨੂੰ ਪੰਜਾਬੀ ਮਾਂ ਬੋਲੀ ਨਾਲ, ਪੰਜਾਬੀ ਸੱਭਿਆਚਾਰ ਨਾਲ ਜੁੜਿਆ ਹੋਇਆ ਪੇਸ਼ ਕਰਦਾ ਹੈ। ਸੋ ਇਹਦੇ ਨਾਲ ਸੰਬੰਧਿਤ ਬੇਟਾ ਕੁਝ ਜਿਹੜੇ ਵਸਤੂਨਿਸ਼ਟ ਸਵਾਲ ਤੁਹਾਨੂੰ ਪੁੱਛੇ ਜਾਣਗੇ, ਆਓ ਉਹਨਾਂ ਨੂੰ ਸਮਝਦੇ ਹਾਂ। ਪਹਿਲਾ ਸਵਾਲ ਹੈ ਕਿ ਮੈਂ ਪੰਜਾਬੀ ਕਵਿਤਾ ਕਿਸ ਦੀ ਲਿਖੀ ਹੋਈ ਹੈ? ਉੱਤਰ ਹੈ ਈੜੀ ਫਿਰੋਜ਼ਦੀਨ ਸਰਫ ਜੀ ਇਹਨਾਂ ਦੇ ਲੇਖਕ ਹਨ, ਕਵੀ ਹਨ। 2 ਨੰਬਰ ਫਿਰੋਜ਼ਦੀਨ ਸਰਫ ਦੀ ਕਵਿਤਾ ਦਾ ਨਾਂ ਕੀ ਹੈ? ਉੱਤਰ ਹੈ ਈੜੀ ਮੈਂ ਪੰਜਾਬੀ। 3 ਨੰਬਰ ਸਵਾਲ ਹੈ ਕਿ ਮੈਂ ਪੰਜਾਬੀ ਕਵਿਤਾ ਵਿੱਚ ਕਿਹੜੇ ਪੰਜਾਬੀ ਸ਼ਾਇਰ ਦਾ ਨਾਂ ਆਇਆ ਹੈ? ਹੁਣ 2 ਸ਼ਾਇਰਾਂ ਦਾ ਨਾਂ ਆਇਆ ਬੇਟਾ, ਵਾਰਿਸ ਸ਼ਾਹ ਅਤੇ ਬੁੱਲ੍ਹੇ ਸ਼ਾਹ। ਫਰੀਦ ਜੀ ਦਾ ਇਹਦੇ ਵਿੱਚ ਜ਼ਿਕਰ ਨਹੀਂ ਆਇਆ, ਇਸ ਕਰਕੇ ਅਸੀਂ ਇਹਦਾ ਉੱਤਰ ਦੇਣ ਲੱਗੇ ਧਿਆਨ ਦੇ ਨਾਲ ਉੱਤਰ ਦੇਣਾ ਹੈ। ਵਾਰਿਸ ਸ਼ਾਹ 'ਤੇ ਟਿੱਕ ਨਹੀਂ ਲਾ ਕੇ ਛੱਡ ਦੇਣੀ ਜਾਂ ਐੜੇ 'ਤੇ ਟਿੱਕ ਲਾ ਕੇ ਨਹੀਂ ਛੱਡ ਦੇਣੀ, ਧਿਆਨ ਨਾਲ ਸਮਝਣਾ। ਉੱਤਰ ਹੈ ਸੱਸਾ, ਊੜਾ ਅਤੇ ਐੜਾ ਦੋਵੇਂ ਹੀ। ਸੋ ਇਹਦਾ ਸਹੀ ਉੱਤਰ ਹੋਏਗਾ 3 ਨੰਬਰ ਸਵਾਲ ਦਾ। ਸਵਾਲ ਨੰਬਰ 4, ਮੈਂ ਪੰਜਾਬੀ ਕਵਿਤਾ ਵਿੱਚ ਕਵੀ ਖੁਦ ਨੂੰ ਕਿਸ ਦਾ ਸੇਵਕ ਦੱਸਦਾ ਹੈ? ਸੋ ਇਹਦਾ ਉੱਤਰ ਹੈ ਐੜਾ, ਪੰਜਾਬੀ ਬੋਲੀ ਦਾ। ਸਵਾਲ ਨੰਬਰ 5, ਮੈਂ ਪੰਜਾਬੀ ਕਵਿਤਾ ਅਨੁਸਾਰ ਕਵੀ ਕਿਹੜੀ ਬੋਲੀ ਨਹੀਂ ਜਾਣਦਾ? ਸੋ ਬੇਟਾ ਉੱਪਰ ਅਸੀਂ ਜ਼ਿਕਰ ਕਰਿਆ ਕਿ ਪੰਜਾਬੀ ਤਾਂ ਕਵੀ ਬੋਲਦਾ ਹੀ ਹੈ, ਉਰਦੂ ਵੀ ਕਵੀ ਨੂੰ ਆਉਂਦੀ ਹੈ, ਅੰਗਰੇਜ਼ੀ ਵੀ ਥੋੜ੍ਹੀ ਥੋੜ੍ਹੀ ਜਾਣਦਾ ਹੈ, ਅਤੇ ਇਹਦੇ ਵਿੱਚ ਜਿਹੜੀ ਭਾਸ਼ਾ ਸਾਡੇ ਕਵਿਤਾ ਦੇ ਆਧਾਰ 'ਤੇ ਨਹੀਂ ਸੁਣੀ ਜਾਂ ਸਮਝੀ ਉਹ ਹੈ ਸੰਸਕ੍ਰਿਤ। ਸੋ 6 ਨੰਬਰ ਸਵਾਲ ਹੈ ਕਵੀ ਉਰਦੂ, ਫਾਰਸੀ, ਅੰਗਰੇਜ਼ੀ ਜਾਣਦਿਆਂ ਵੀ ਉਸ ਦੀ ਪਸੰਦੀਦਾ ਬੋਲੀ ਕਿਹੜੀ ਹੈ? ਸੋ ਅਸੀਂ ਉੱਪਰ ਹੀ ਪੜ੍ਹਿਆ ਕਿ ਸਾਰੀ ਕਵਿਤਾ ਹੀ ਪੰਜਾਬੀ ਮਾਂ ਬੋਲੀ 'ਤੇ ਆਧਾਰਿਤ ਹੈ। ਸੋ ਉੱਤਰ ਹੈ ਊੜਾ, ਪੰਜਾਬੀ।
ਪੰਜਾਬੀ ਮਾਂ ਬੋਲੀ ਵੀ ਲਿਖ ਸਕਦੇ ਹਾਂ ਜਾਂ ਪੰਜਾਬੀ ਭਾਸ਼ਾ ਵੀ ਲਿਖ ਸਕਦੇ ਹਾਂ, ਪੰਜਾਬੀ ਬੋਲੀ ਵੀ ਲਿਖ ਸਕਦੇ ਹਾਂ। ਸਵਾਲ ਨੰਬਰ 7, ਕਵੀ ਫਿਰੋਜ਼ਦੀਨ ਸਰਫ ਆਪਣੀ ਕਵਿਤਾ ਮੈਂ ਪੰਜਾਬੀ ਵਿੱਚ ਕਿਸ ਚੀਜ਼ ਦੀ ਇੱਛਾ ਕਰਦਾ ਹੈ? ਉੱਤਰ ਹੈ ਐੜਾ, ਪੰਜਾਬੀ ਮਾਂ ਬੋਲੀ ਦੇ ਸਤਿਕਾਰ ਦੀ। ਸੋ ਸਭ ਤੋਂ ਵੱਡੀ ਇੱਛਾ ਹੀ ਕਵੀ ਦੀ ਇਹ ਹੈ ਕਿ ਪੰਜਾਬੀ ਮਾਂ ਬੋਲੀ ਨੂੰ ਪੰਜਾਬ ਵਿੱਚ ਮਾਂ ਵਰਗਾ ਜਿਹੜਾ ਸਤਿਕਾਰ ਮਿਲਣਾ ਚਾਹੀਦਾ। 8 ਨੰਬਰ ਸਵਾਲ ਹੈ ਕਿ ਕਵੀ ਕਿਸ ਨੂੰ ਸੁਹਾਗਣ ਦੀ ਨੱਥ ਅਤੇ ਪੰਜਾਬਣ ਦੀ ਵੰਗ ਦਾ ਟੁਕੜਾ ਸਮਝਦਾ ਹੈ? ਹੁਣ ਇਹਦੇ ਵਿੱਚ ਦਿੱਤਾ ਹੋਇਆ ਹੈ ਕਵੀ ਕਿਸ ਨੂੰ ਸੁਹਾਗਣ ਦੀ ਨੱਥ ਅਤੇ ਪੰਜਾਬਣ ਦੀ ਵੰਗ ਦਾ ਟੁਕੜਾ ਸਮਝਦਾ ਹੈ। ਇੱਥੇ ਐੜਾ ਸਵਾਲ ਦਾ ਇਹਦਾ ਆਨਸਰ ਸਹੀ ਨਹੀਂ ਹੋਏਗਾ। ਖੁਦ ਨੂੰ, ਕਵੀ ਕਿਸ ਨੂੰ ਸਮਝਦਾ ਹੈ? ਖੁਦ ਨੂੰ। ਸੋ ਬੇਟਾ ਇਹਦੇ ਟਿੱਕ ਥੋੜ੍ਹੀ ਜਿਹੀ ਲੱਗੀ ਹੈ ਐੜੇ ਦੀ, ਉਹ ਤੁਸੀਂ ਨਹੀਂ ਲਾਉਣੀ, ਉੱਥੇ ਲਿਖਣਾ ਕਿ ਖੁਦ ਨੂੰ, ਉਹ ਖੁਦ ਨੂੰ ਸਮਝਦਾ ਹੈ। ਅੱਗੇ ਹੈ 9 ਨੰਬਰ, ਫਿਰੋਜ਼ਦੀਨ ਸਰਫ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ? ਉੱਤਰ ਹੈ ਊੜਾ, 1898 ਈਸਵੀ ਨੂੰ ਅੰਮ੍ਰਿਤਸਰ ਵਿਖੇ। 10 ਨੰਬਰ ਸਵਾਲ ਹੈ ਕਿ ਮੈਂ ਪੰਜਾਬੀ ਕਵਿਤਾ ਵਿੱਚ ਕਵੀ ਕਿਸ ਦੀ ਖੈਰ ਮੰਗਦਾ ਹੈ? ਉੱਤਰ ਹੈ ਪੰਜਾਬੀ ਦੀ, ਪੰਜਾਬੀ ਮਾਤ ਭਾਸ਼ਾ ਦੀ। ਸੋ ਜਿਵੇਂ ਸਾਡਾ ਉੱਤਰ ਸੀਗਾ ਬੇਟਾ 8 ਨੰਬਰ, ਆਓ ਆਪਾਂ ਥੱਲੇ ਉੱਤਰਾਂ ਦੇ ਵਿੱਚ ਚੈੱਕ ਕਰਦੇ ਹਾਂ। 8 ਨੰਬਰ ਦਾ ਜਿਹੜਾ ਇਹਨਾਂ ਨੇ ਉੱਤਰ ਦਿੱਤਾ ਹੈ ਉਹ ਦਿੱਤਾ ਹੈ ਐੜਾ, ਆਪਣੀ ਪ੍ਰੇਮਿਕਾ ਨੂੰ। ਸੋ ਕਵੀ ਕਿਸ ਨੂੰ ਸੁਹਾਗਣ ਦੀ ਨੱਥ ਅਤੇ ਪੰਜਾਬਣ ਦੀ ਵੰਗ ਦਾ ਟੁਕੜਾ ਸਮਝਦਾ ਹੈ? ਉਹ ਤਾਂ ਖੁਦ ਨੂੰ ਸੀ ਕਿ ਮੈਂ ਟੁਕੜਾ ਸੁਹਾਗਣ ਦੀ ਵੰਗ ਦਾ ਹਾਂ। ਸੋ ਇੱਥੇ ਬੇਟਾ ਇਹ ਸਵਾਲ ਦੇ ਵਿੱਚ ਕਨਫਿਊਜ਼ ਨਹੀਂ ਹੋਣਾ ਕਿ ਤੁਸੀਂ ਇਹਨੂੰ ਥੋੜ੍ਹਾ ਟੈਕਨੀਕਲ ਢੰਗ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਸੋ ਆਓ ਅਸੀਂ ਪੜ੍ਹਦੇ ਹਾਂ 1 ਤੋਂ 2 ਸ਼ਬਦਾਂ ਵਾਲੇ ਜਿਹੜੇ ਪ੍ਰਸ਼ਨ ਉੱਤਰ ਤੁਹਾਨੂੰ ਪੁੱਛੇ ਜਾਣਗੇ ਐਗਜ਼ਾਮੀਨੇਸ਼ਨ ਪੇਪਰ ਦੇ ਦੌਰਾਨ ਜਾਂ ਐਗਜ਼ਾਮੀਨੇਸ਼ਨ ਦੇ ਵਿੱਚ। ਸੋ ਪਹਿਲਾ ਸਵਾਲ ਹੈ ਕਿ ਮੈਂ ਪੰਜਾਬੀ ਕਵਿਤਾ ਵਿੱਚ ਕਵੀ ਕਿਸ ਚੀਜ਼ ਪ੍ਰਤੀ ਆਪਣਾ ਪਿਆਰ ਪ੍ਰਗਟ ਕਰਦਾ ਹੈ? ਸੋ ਅਸੀਂ ਗੱਲ ਕੀਤੀ ਹੈ ਕਿ ਪੰਜਾਬੀ ਭਾਸ਼ਾ ਨੂੰ ਸਮਰਪਿਤ ਇਹ ਸਾਰੀ ਕਵਿਤਾ ਹੈ। ਸੋ ਕਵੀ ਪੰਜਾਬੀ ਬੋਲੀ ਪ੍ਰਤੀ ਜਿਹੜਾ ਆਪਣਾ ਪਿਆਰ ਆ, ਆਪਣੀ ਸ਼ਰਧਾ ਪ੍ਰਗਟ ਕਰਦਾ ਹੈ। ਸਵਾਲ ਨੰਬਰ 2, ਕਵੀ ਖੁਦ ਨੂੰ ਕਿਸ ਦੀ ਨੱਥ ਦਾ ਮੋਤੀ ਤੇ ਵੰਗ ਦਾ ਟੁਕੜਾ ਸਮਝਦਾ ਹੈ? ਕਵੀ ਖੁਦ ਨੂੰ ਕਿਸ ਦੀ ਨੱਥ ਦਾ ਮੋਤੀ ਤੇ ਵੰਗ ਦਾ ਟੁਕੜਾ ਸਮਝਦਾ? 8 ਨੰਬਰ ਸਵਾਲ ਦੇ ਸੰਦਰਭ 'ਚ ਬੇਟਾ ਇਹਦਾ ਉੱਤਰ ਸੁਣੋ, ਪੰਜਾਬਣ, ਵੀ ਮੈਂ ਪੰਜਾਬਣ ਦੀ ਵੰਗ ਦਾ ਟੁਕੜਾ ਹਾਂ। ਖੁਦ ਨੂੰ ਉੱਪਰ ਇਹ ਵੀ ਕਿਹਨੂੰ ਸਮਝਦਾ ਹੈ, ਉੱਤੇ ਲਿਖਿਆ ਪਿਆ ਆਪਣੀ ਪ੍ਰੇਮਿਕਾ ਨੂੰ, ਖੁਦ ਨੂੰ ਸਮਝਦਾ ਹੈ। ਹੁਣ ਇਹਦੇ ਸਵਾਲ ਹੈ ਨਾ, ਕਵੀ ਖੁਦ ਨੂੰ ਮਤਲਬ ਆਪਣੇ ਆਪ ਨੂੰ, ਸੈਲਫ ਨੂੰ। ਅੱਗੇ ਹੈਗਾ ਪ੍ਰਸ਼ਨ ਨੰਬਰ 3, ਮੈਂ ਪੰਜਾਬੀ ਕਵਿਤਾ ਵਿੱਚ ਕਵੀ ਖੁਦ ਨੂੰ ਕਿਸ ਦਾ ਸੇਵਕ ਦੱਸਦਾ ਹੈ? ਉਹ ਸੇਵਕ ਆਪਦੇ ਆਪ ਨੂੰ ਨੌਕਰ ਚਾਕਰ ਕਿਹਦਾ ਸਮਝਦਾ ਹੈ? ਪੰਜਾਬੀ ਬੋਲੀ ਦਾ, ਪੰਜਾਬੀ ਬੋਲੀ ਦਾ ਨੌਕਰ, ਸੇਵਕ, ਜਾਂ ਮੰਨ ਲਓ ਕਿ ਇਹ ਕਹ ਲਓ ਵੀ ਮੈਂ ਉਹਦਾ ਸੇਵਾਦਾਰ ਹੈ, ਮੈਂ ਉਹਦਾ ਨੌਕਰ ਚਾਕਰ, ਜੋ ਵੀ ਅਸੀਂ ਸਮਝ ਲਓ। ਪੰਜਾਬੀ ਮਾਂ ਬੋਲੀ ਨੂੰ ਐਡਾ ਸਤਿਕਾਰ ਦਿੰਦਾ ਹੈ ਕਵੀ। 4 ਨੰਬਰ ਸਵਾਲ ਹੈ ਕਿ ਮੈਂ ਪੰਜਾਬੀ ਕਵਿਤਾ ਵਿੱਚ ਕਵੀ ਕਿਹੜੇ ਸ਼ਾਇਰਾਂ ਨੂੰ ਯਾਦ ਕਰਦਾ ਹੈ? ਉੱਤਰ ਹੈ ਵਾਰਿਸ ਸ਼ਾਹ ਅਤੇ ਬੁੱਲ੍ਹੇ ਸ਼ਾਹ। ਸਵਾਲ ਨੰਬਰ 5, ਫਿਰੋਜ਼ਦੀਨ ਸਰਫ ਦੀ ਕਿਸੇ ਇੱਕ ਕਵਿਤਾ ਦਾ ਨਾਂ ਦੱਸੋ? ਉੱਤਰ ਹੈ ਮੈਂ ਪੰਜਾਬੀ। ਸਵਾਲ ਨੰਬਰ 6, ਫਿਰੋਜ਼ਦੀਨ ਸਰਫ ਨੂੰ ਕਿਹੜੀਆਂ ਭਾਸ਼ਾਵਾਂ ਦਾ ਗਿਆਨ ਹੈ? ਉੱਤਰ ਹੈ ਉਰਦੂ, ਫਾਰਸੀ, ਪੰਜਾਬੀ ਅਤੇ ਅੰਗਰੇਜ਼ੀ। ਸੋ ਇਹ ਜਿਹੜੀਆਂ ਭਾਸ਼ਾਵਾਂ ਨੇ ਕਵੀ ਇਹਨਾਂ ਦਾ ਗਿਆਨ ਰੱਖਦਾ ਹੈ। ਅੱਗੇ ਹੈ 7 ਨੰਬਰ ਸਵਾਲ, ਕਵੀ ਫਿਰੋਜ਼ਦੀਨ ਸਰਫ ਦੀ ਪਸੰਦੀਦਾ ਬੋਲੀ ਕਿਹੜੀ ਹੈ? ਉੱਤਰ ਹੈ ਪੰਜਾਬੀ ਮਾਂ ਬੋਲੀ ਜਾਂ ਪੰਜਾਬੀ ਬੋਲੀ। 8 ਨੰਬਰ ਸਵਾਲ ਹੈ ਕਿ ਫਿਰੋਜ਼ਦੀਨ ਸਰਫ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ? ਉੱਤਰ ਹੈ ਫਿਰੋਜ਼ਦੀਨ ਦਾ ਸਰਫ 1898 ਈਸਵੀ ਨੂੰ ਰਾਜਾ ਸੰਸੀ ਅੰਮ੍ਰਿਤਸਰ ਦੇ ਨੇੜੇ ਪਿੰਡ ਤੋਲਾ ਨੰਗਲ ਦੇ ਵਿੱਚ ਹੋਇਆ। ਸਰਫ ਨੇ ਕਿੰਨੀ ਉਮਰ ਵਿੱਚ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ? ਉੱਤਰ ਹੈ 14 ਤੋਂ 15 ਸਾਲ ਦੀ ਉਮਰ ਵਿੱਚ। 10 ਨੰਬਰ ਸਵਾਲ ਹੈ ਕਿ ਕਵੀ ਪੇਂਡੂ ਹੋਣ ਦੇ ਬਾਵਜੂਦ ਕਿਸ ਢੰਗ ਤਰੀਕੇ ਦਾ ਹੈ? ਉਹ ਕਿਸ ਤਰ੍ਹਾਂ ਦਾ ਲਾਈਫ ਸਟਾਈਲ ਹੈ ਕਵੀ ਦਾ? ਉੱਤਰ ਹੈ ਸ਼ਹਿਰੀ ਢੰਗ ਦਾ, ਵੀ ਉਹ ਸਟਾਈਲਿਸ਼ ਲਾਈਫ ਜੀ ਰਿਹਾ, ਬਟ ਆਪਣੇ ਆਪ ਨੂੰ ਉਹ ਪੰਜਾਬੀ ਅਤੇ ਪੇਂਡੂ ਕਹਿ ਕੇ
ज़्यादा वड्डा माण महसूस करता है। कवि सर्फ किहड़ी भाषा थोड़ी बहुत बोल लैंदा है, वो भाषा है अंग्रेजी। सो बेटा ये सीगा तुहाडा मैं पंजाबी कविता नाल संबंधित छोटे प्रश्न, 1-2 शब्दां वाले प्रश्न उत्तर ते उपर है वस्तुनिष्ठ सवाल जिहड़े तुहानूं पुछे जाने ने पेपर दे विच, ते उस तो बाद तुहानूं जिहड़े लौंग प्रश्न उत्तर ने उन्हां दे उत्तर देण लई कहा जाएगा। सो उस तो बाद तुहानूं इस कविता के आधार के उपर जो प्रसंग सहित व्याख्या है वो किवें पैरा दे के उहदा प्रसंग लिख के व्याख्या करने कहा जाएगा। इन्हां सारियां चीज़ां की जिहड़ी प्रैक्टिस असीं उपर बड़े वधिया ढंग नाल करन दी कोशिश कीती है, तुहानूं समझाउण दी कोशिश कीती है। सो बेटा इस तो बिना कवि इस कविता नूं लिखण वाले कवि बारे भी तुहानूं जिहड़ा सवाल आ वो पुछया जाएगा, कवि बारे भी तुहानूं जिहड़ी जानकारी आ वो प्रदान की गई है। सो आस करते हैं कि 9वीं क्लास के सारे विद्यार्थी इस कविता नूं अपनी पाठ पुस्तक विचों भी जरूर पढ़नगे ते इस वीडियो के माध्यम राहीं चंगी तरह समझण की कोशिश करनगे। सो वधेरे जानकारी लई 9वीं क्लास के पाठ पुस्तक नाल संबंधित होर वीडियो देखण लई तुसीं हमेशा जुड़े रहो अपने चैनल के नाल, जिसका नाम है पंजाबी एजुकेशन चैनल। सो इस वीडियो नूं आपां इत्थे ही समाप्त करते हाँ जी। थैंक यू एंड सत श्री अकाल।